ਵਾਹਿਗੁਰੂ ਜੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਨ, ਪ੍ਰਤੱਖ ਗੁਰੂ ਨਿਸਤਾਰੇ। ਆਇਆ ਤਾਂ ਕਾ ਸਫਲ ਹੈ, ਪਰ ਉਪਕਾਰੀ ਹੋਏ। ਦੁਖ ਸਹਿ ਸਿਰ ਆਪਣ, ਸੁਖਦਾਈ ਸਭ ਕੋਏ। ਦਸਾਂ ਪਾਤਸ਼ਾਹਾਂ ਜੀ ਦੀ ਜਾਗਦੀ ਜੋਤ, ਪ੍ਰਤੱਖ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਹਾਜ਼ਰੀਆਂ ਭਰ ਰਹੇ ਸਰਬੱਤ ਮਾਈ ਭਾਈ ਗੁਰੂ ਖਾਲਸਾ ਜੀ ਹਾਜ਼ਰੀ ਪ੍ਰਵਾਨ ਕਰੋ। ਪਿਆਰ ਸਹਿਤ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਕੀਤੀ ਹੈ। ਅੱਜ ਇੰਗਲੈਂਡ ਦੀਆਂ ਸੰਗਤਾਂ ਜੋ ਕਿ ਵਡਭਾਗੀ ਹੋ, ਜਿਨ੍ਹਾਂ 'ਤੇ ਸਤਿਗੁਰਾਂ ਨੇ ਕਿਰਪਾ ਕਰਕੇ ਆਪੇ ਲਾਇਓ ਆਪਣਾ ਪਿਆਰ ਦੀ ਬਖਸ਼ਿਸ਼ ਕੀਤੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡਿਆ ਵਰਨਾ ਕੋਏ। ਗੁਰਬਾਣੀ ਦੇ ਸੰਪੂਰਨਤਾ ਦਿਵਸ ਨੂੰ, ਗੁਰਪੁਰਬ ਨੂੰ ਮਨਾਉਂਦਿਆਂ ਹੋਇਆਂ ਔਰ ਨਾਲ ਨਾਲ ਦਮਦਮੀ ਟਕਸਾਲ ਦੇ 13ਵੇਂ ਮੁਖੀ ਸਾਡੇ ਸਾਰਿਆਂ ਦੇ ਅਤੀ ਸਤਿਕਾਰਯੋਗ ਗਿਆਨੀ ਕਰਤਾਰ ਸਿੰਘ ਜੀ, ਸੰਤ ਗਿਆਨੀ ਕਰਤਾਰ ਸਿੰਘ ਜੀ ਦਾ ਬਰਸੀ ਦਾ ਉਹਨਾਂ ਦੀ ਯਾਦ ਨੂੰ ਵੀ ਨਾਲ ਨਾਲ ਸਮੂਹ ਦਮਦਮੀ ਟਕਸਾਲ ਦੇ ਵਿਦਿਆਰਥੀ ਸਿੰਘਾਂ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਇਹ ਮਹਾਨ ਗੁਰਮਤਿ ਸਮਾਗਮ ਹੋ ਰਿਹਾ ਹੈ। ਸਤਿਗੁਰਾਂ ਦੀ ਕਿਰਪਾ ਹੈ। ਦਾਸ ਦੇ ਸਮਝਦਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ, ਜਿਵੇਂ ਭਾਈ ਗੁਰਦਾਸ ਸਾਹਿਬ ਜੀ ਗਵਾਹੀ ਦਿੰਦੇ ਨੇ, ਬਾਬੇ ਤਾਰੇ ਚਾਰ ਚੱਕ, 9 ਖੰਡ ਪ੍ਰਿਥਵੀ ਸੱਚਾ ਢੋਆ। 9 ਖੰਡਾਂ 7 ਦੀਪਾਂ ਵਿੱਚ, ਔਰ ਜਿਹੜੇ ਉਹ ਵੀ ਲੋਕ, ਜਿਹੜੇ ਸਥਾਨ ਜਿਹੜੇ ਕੋਈ ਬੇਗਿਣਤੀ ਗਿਣਤੀ ਵਿੱਚ ਹੀ ਨਹੀਂ, ਸਭ ਥਾਈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ। ਔਰ ਜਿੱਥੇ ਜਿੱਥੇ ਵੀ ਸਤਿਗੁਰਾਂ ਦੇ ਚਰਨ ਪਏ, ਉੱਥੇ ਉੱਥੇ ਗੁਰੂ ਕੀਆਂ ਸੰਗਤਾਂ। ਅੱਜ ਇਹ ਗੱਲ ਸਾਹਮਣੇ ਹੈ ਕਿ ਤੁਸੀਂ ਆਪਣੇ ਵਿਰਸੇ ਨੂੰ ਸੰਭਾਲਿਆ ਹੈ। ਪ੍ਰਦੇਸ਼ ਵਿੱਚ ਵੀ ਆਣ ਕੇ ਉਹ ਗੁਰੂ ਕੇ ਸਿੱਖੀ ਦੇ ਸਿਧਾਂਤਾਂ ਨੂੰ, ਗੁਰਮਤਿ ਨੂੰ ਦ੍ਰਿੜ ਕਰਕੇ ਔਰ ਗੁਰੂ ਸਾਹਿਬ ਜੀ ਦੀ ਦਰਸਾਈ ਹੋਈ ਮਰਜ਼ਾਦਾ 'ਤੇ ਚੱਲਦਿਆਂ ਹੋਇਆਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। 24 ਤਰੀਕ ਤੋਂ ਦੀਵਾਨ ਸ਼ੁਰੂ ਹੋਏ ਨੇ ਔਰ ਮਹਾਨ ਪੰਥ ਦੇ ਵਿਦਵਾਨ, ਗੁਣੀ ਗਿਆਨੀ, ਰਾਗੀ ਢਾਡੀ, ਗੁਰਮੁਖ ਪਿਆਰਿਆਂ ਪਾਸੋਂ ਗੁਰਮਤਿ ਭਰਪੂਰ ਗੁਰੂ ਕਾ ਕੀਰਤਨ, ਗੁਰੂ ਕਾ ਹਰ ਜਸ ਸਰਵਣ ਕਰਦੇ ਰਹੇ ਹੋ। ਹੁਣੇ ਹੁਣੇ ਹੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਤੋਂ ਉਪਰੰਤ ਗੁਰਬਾਣੀ ਕੀਰਤਨ ਔਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਏ ਹੋਏ ਸ੍ਰੀ ਮੁਖ ਵਾਕ ਦੇ ਵਿਚਾਰ, ਗੁਰੂ ਸਾਹਿਬ ਜੀ ਦਾ ਅੰਮ੍ਰਿਤਮਈ ਉਪਦੇਸ਼ ਸਰਵਣ ਕਰਵਾ ਰਹੇ ਸਨ ਸਾਡੇ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਹਰੀ ਸਿੰਘ ਜੀ
ਰੰਧਾਵੇ ਵਾਲੇ, ਜੋ ਮਹਾਨ ਪੰਥ ਦੇ ਵਿਦਿਆ ਭਰਪੂਰ ਐਸੇ ਪੰਥ ਵਿੱਚ ਰਤਨ ਹਨ, ਜਿਨ੍ਹਾਂ 'ਤੇ ਪੰਥ ਨੂੰ ਮਾਣ ਹੈ। ਬਹੁਤ ਪਿਆਰ ਸਹਿਤ ਉਹਨਾਂ ਨੇ ਗੁਰੂ ਸ਼ਬਦ ਦੇ ਨਾਲ, ਗੁਰੂ ਕੀ ਮਰਜ਼ਾਦਾ ਦੇ ਨਾਲ ਗੁਰਮਤਿ ਦੇ ਬਚਨ ਸੁਣਾਏ। ਜੀ ਨਹੀਂ ਸੀ ਕਰਦਾ ਕਿ ਅਜੇ ਹੋਰ ਵੀ ਬਚਨ ਉਹਨਾਂ ਕੋਲ ਸੁਣੀ ਜਾਈਏ, ਪਰ ਟਾਈਮ ਦਾ ਉਹਨਾਂ ਨੇ ਧਿਆਨ ਵਿੱਚ ਰੱਖਦਿਆਂ ਹੋਇਆਂ ਇਸੇ ਤਰ੍ਹਾਂ ਹਾਜ਼ਰੀਆਂ ਭਰ ਰਹੇ ਨੇ ਸਿੰਘ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਦੇ, ਯਾਨੀ ਰਵੇਲ ਸਿੰਘ ਜੀ, ਔਰ ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਜੀ, ਔਰ ਇਸੇ ਤਰ੍ਹਾਂ ਸੰਤ ਬਾਬਾ ਅਜੀਤ ਸਿੰਘ ਜੀ ਜੋਲਾਂ ਵਾਲੇ ਮਹਾਂਪੁਰਸ਼, ਔਰ ਨਾਲ ਸਰਹਾਲੀ ਸਾਹਿਬ ਵਾਲੇ ਮਹਾਂਪੁਰਸ਼ ਬਾਬਾ ਭੋਲਾ ਸਿੰਘ ਸਾਹਿਬ ਜੀ, ਉਹ ਵੀ ਵਿਸ਼ੇਸ਼ ਕਰਕੇ ਹਾਜ਼ਰੀਆਂ ਭਰ ਰਹੇ ਨੇ। ਔਰ ਸੰਤਾਂ ਦੇ ਜੀਵਨ ਦੇ ਮੁਤਲਕ ਬਹੁਤ ਕੁਛ ਆਪਾਂ ਨੇ ਸਰਵਣ ਕੀਤਾ ਹੈ, ਜਿੱਥੇ ਉਹਨਾਂ ਨੇ ਆਪਣੇ ਜੀਵਨ ਵਿੱਚ ਜੋ ਸੇਵਾ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਸੌਂਪਣਾ ਕੀਤੀ, ਉਸ ਸੇਵਾ ਦੇ ਵਿੱਚ ਸੰਤਾਂ ਨੂੰ ਦਿਨ ਰਾਤ ਕਰਕੇ ਸੇਵਾ ਕਰਦਿਆਂ ਵੇਖਿਆ। ਉਦੋਂ ਭਾਈ ਅਮਰੀਕ ਸਿੰਘ ਜੀ ਕਾਲਜ ਵਿੱਚ ਪੜ੍ਹਦੇ ਸੀ ਅਤੇ ਦਾਸ ਉਦੋਂ ਸਕੂਲ ਵਿੱਚ ਪੜ੍ਹਦਾ ਸੀ। ਪੂਰੀ ਸੰਭਾਲ ਹੈ। ਬਾਬਾ ਜੀ ਬਾਬਾ ਸੋਹਣ ਸਿੰਘ ਸਾਹਿਬ ਜੀ, ਜਿਨ੍ਹਾਂ ਦੇ ਨਾਲ ਜਦੋਂ ਤਖਤ ਸਾਹਿਬ 'ਤੇ ਭਜਨ ਹੋਇਆ ਪਟਨੇ ਸਾਹਿਬ, ਆਪ ਜੀ ਸਰਵਣ ਕਰਦੇ ਆ ਰਹੇ ਹੋ, ਉਹ ਬਚਨ ਬਾਬਾ ਜੀ ਨੇ ਨਿਭਾਇਆ। ਔਰ ਇਸੇ ਤਰ੍ਹਾਂ ਮਾਝੇ ਵਿੱਚੋਂ ਸਾਰੇ ਹੀ ਮਹਾਂਪੁਰਖਾਂ ਨੇ ਜਾ ਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਨੂੰ ਜਦੋਂ ਦਮਦਮੀ ਟਕਸਾਲ ਦੀ ਸੇਵਾ ਤਾਂ ਸੰਤਾਂ ਨੇ ਸੌਂਪ ਦਿੱਤੀ ਸੀ, ਪਰ ਫਿਰ ਵੀ ਮਰਜ਼ਾਦਾ ਤੇ ਕਰਨੀ ਸੀ ਸੰਤਾਂ ਦੇ ਭੋਗ ਦੇ ਸਮੇਂ, ਉਹ ਸਾਰੇ ਮਹਾਂਪੁਰਖਾਂ ਨੇ ਇਕੱਤਰ ਹੋ ਕੇ ਕੀਤੀ। ਔਰ ਬਾਬਾ ਜੀ ਨੇ ਵਿਸ਼ੇਸ਼ ਕਰਕੇ ਜਿੱਥੇ ਵੀ ਕਿਤੇ ਇੱਕ ਸਮੇਂ ਪਿੰਡਰੀ ਕੋਈ ਪ੍ਰੋਗਰਾਮ ਸੀ, ਸੰਤ ਗਿਆਨੀ ਕਰਤਾਰ ਸਿੰਘ ਜੀ ਕਹਿਣ ਲੱਗੇ, ਸਾਧ ਜੀ ਹੁਣੀ ਨਾਲ ਸੀ ਬਾਬਾ ਜੀ ਦੇ, ਸਾਧ ਜੀ ਹੁਣੀ ਦੱਸਦੇ ਨੇ ਦਰਬਾਰ ਸਾਹਿਬ ਮਹਾਰਾਜ ਦੇ ਚਰਨ ਗੰਗਾ 'ਤੇ ਮਿਲਾਪ ਹੋਇਆ। ਸੰਤ ਕਹਿਣ ਲੱਗੇ ਬਾਬਾ ਸੋਹਣ ਸਿੰਘ ਸਾਹਿਬ ਜੀ ਨੂੰ ਪਿੰਡਰੀ ਸੰਗਤ ਨੇ ਯਾਦ ਕੀਤਾ ਹੈ, ਅਤੇ ਬਾਬਾ ਜੀ ਕਹਿਣ ਲੱਗੇ ਜਿੱਥੇ ਕੋਈ ਯਾਦ ਕਰੇ ਉੱਥੇ ਜ਼ਰੂਰ ਜਾਓ। ਔਰ ਬੜਾ ਪਿਆਰ, ਹਰ ਵੇਲੇ ਇੰਨਾ ਪਿਆਰ ਕਿ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਸੱਚਖੰਡ ਨੂੰ ਜਾਣ ਦੀ, ਆਪਣਾ ਸਰੀਰ ਤਿਆਗਣ ਦੀ ਤਿਆਰੀ ਕੀਤੀ ਅਤੇ ਸੰਤਾਂ ਨੂੰ ਯਾਦ ਕੀਤਾ। ਅਤੇ ਸੰਤ ਉਸ ਵੇਲੇ ਜਥੇ ਸਮੇਤ ਬੰਬੇ ਸਨ। ਉਦੋਂ ਅੰਦਰ ਦੀ ਚਿੱਠੀ ਦਾ ਹੀ ਪਿਆਰ ਜਿਹੜਾ ਸੀ ਖਿੱਚ ਪਈ, ਕੋਈ ਟੈਲੀਫੋਨ ਨਹੀਂ, ਕੋਈ ਟੈਲੀਗ੍ਰਾਮ ਨਹੀਂ, ਅੰਤਰ-ਆਤਮਾ ਹੀ ਮਹਾਂਪੁਰਖਾਂ ਦੇ ਉਹ ਪਿਆਰ ਦੀ ਖਿੱਚ ਸੀ। ਅਤੇ ਜਥੇ ਨੂੰ ਉੱਧਰੋਂ ਤੋਰ ਕੇ ਗੱਡੀਆਂ 'ਤੇ ਆਪ ਮਹਾਂਪੁਰਖ ਹਵਾਈ ਜਹਾਜ਼ ਰਸਤੇ ਸੁਰ ਸਿੰਘ ਪਹੁੰਚੇ।
ਸੁਰ ਸਿੰਘ ਪਹੁੰਚੇ। ਬਾਬਾ ਜੀ ਕਹਿਣ ਲੱਗੇ, ਤੁਹਾਨੂੰ ਉਡੀਕਦੇ ਸਾਂ। ਜਦੋਂ ਸ਼ਾਮਾਂ ਪਈਆਂ, ਸੰਤ ਕਹਿਣ ਲੱਗੇ, ਜੀ ਜੇ ਦਾਸ ਨੂੰ ਆਗਿਆ ਹੋਵੇ ਮੈਂ ਭੂਰੀ ਜਾ ਆਵਾਂ। ਬਾਬਾ ਜੀ ਕਹਿਣ ਲੱਗੇ, ਜਾਇਓ, ਛੇਤੀ ਆ ਜਾਇਓ। 4-5 ਦਿਨ ਪਹਿਲਾਂ ਸੰਤ ਆ ਗਏ ਬੰਬੇ ਤੋਂ। ਬਾਬਾ ਜੀ ਕਹਿਣ ਲੱਗੇ, ਛੇਤੀ ਆਇਓ ਭੂਰਿਆਂ ਨੂੰ ਜਾ ਕੇ। ਅਗਲੇ ਦਿਨ ਹੀ ਫਿਰ ਆ ਗਏ। ਫਿਰ ਬਾਬਾ ਜੀ ਨੇ ਨਹੀਂ ਜਾਣ ਦਿੱਤਾ, ਆਪਣੇ ਕੋਲ ਹੀ ਰੱਖਿਆ। ਡਾਕਟਰ ਅੰਮ੍ਰਿਤਸਰ ਸਾਹਿਬ ਵਾਲੇ ਬਾਬਾ ਵੀਰ ਵਿਕਰਮਾਜੀਤ ਸਿੰਘ ਜੀ, ਉਹ ਡਾਕਟਰ ਨੂੰ ਲੈ ਕੇ ਆਏ ਅੰਮ੍ਰਿਤਸਰ ਸਾਹਿਬ ਤੋਂ। ਤਾਂ ਬਾਬਾ ਸੋਹਣ ਸਿੰਘ ਸਾਹਿਬ ਜੀ ਪਲੰਘੇ 'ਤੇ ਲੇਟੇ ਸੀ। ਉਸ ਵੇਲੇ ਡਾਕਟਰ ਜਦੋਂ ਆਇਆ, ਮਹਾਂਪੁਰਖ ਕਹਿਣ ਲੱਗੇ, ਆਓ ਡਾਕਟਰ ਸਾਹਿਬ, ਜਲ ਪਾਣੀ ਕੀ ਛਕੋਗੇ, ਠੰਡਾ ਕਿ ਤੱਤਾ? ਫਿਰ ਕਹਿਣ ਲੱਗੇ, ਅੱਛਾ ਤੁਸੀਂ ਜਿਸ ਕੰਮ ਲਈ ਆਏ ਹੋ, ਤੁਸੀਂ ਆਪਣਾ ਚੈੱਕ ਕਰਨ ਆਏ ਹੋ, ਦੇਖਣ ਆਏ ਹੋ, ਦੇਖ ਲਓ। ਇਹ ਸਾਰੀਆਂ ਗੱਲਾਂ ਬਚਨ ਦਾਸ ਉਸ ਵੇਲੇ ਕੋਲ ਸੀ ਬਾਬਾ ਜੀ ਦੇ। ਡਾਕਟਰ ਨੇ ਟੂਟੀਆਂ ਲਾ ਕੇ ਸਾਰਾ ਚੈੱਕਅਪ ਜਦੋਂ ਵੇਖਿਆ, ਅਤੇ ਡਾਕਟਰ ਦਰਵਾਜ਼ੇ ਤੋਂ ਬਾਹਰ ਆ ਗਿਆ। ਬਾਹਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਔਰ ਸੱਚਖੰਡ ਵਾਸੀ ਬਾਬਾ ਜੀ ਅੰਮ੍ਰਿਤਸਰ ਸਾਹਿਬ ਵਾਲੇ ਖੜ੍ਹੇ ਸਨ। ਸੰਤ ਕਰਤਾਰ ਸਿੰਘ ਜੀ ਕਹਿਣ ਲੱਗੇ, ਡਾਕਟਰ ਸਾਹਿਬ ਦੱਸੋ ਬਾਬਾ ਜੀ ਦੀ ਸਿਹਤ ਦਾ ਕਿਵੇਂ? ਉਹ ਡਾਕਟਰ ਕਹਿਣ ਲੱਗਾ, ਜੀ ਸਾਡੇ ਹਿਸਾਬ ਦੇ ਮੁਤਾਬਕ ਇਹ ਜਾ ਚੁੱਕੇ ਨੇ। ਇਹ ਜਿਹੜੀਆਂ ਗੱਲਾਂ ਬਾਤਾਂ ਕਰਦੇ ਨੇ, ਇਹ ਹੁਣ ਰੱਬ ਹੀ ਜਾਣਦਾ ਹੈ ਇਹ ਕਿਵੇਂ ਹੈ। ਸਾਡੇ ਹਿਸਾਬ ਦੇ ਮੁਤਾਬਕ ਕੋਈ ਗੱਲ ਨਹੀਂ। ਉਸ ਵੇਲੇ ਫਿਰ ਮਹਾਂਪੁਰਖਾਂ ਨੇ ਕਿਹਾ ਵੀ ਇਹ ਭਾਣਾ ਪਰਮੇਸ਼ਰ ਦਾ ਹੈ। ਅਗਲੇ ਦਿਨ ਹੋਇਆ ਤਾਂ ਬਾਬਾ ਜੀ ਕਹਿਣ ਲੱਗੇ, ਸਾਡਾ ਇਸ਼ਨਾਨ ਕਰਾਓ। ਉਸ ਵੇਲੇ ਤੜਕਾ ਬਹੁਤਾ ਸੀ, ਥੋੜ੍ਹਾ ਜਿਹਾ ਸਿੰਘਾਂ ਨੇ, ਟਾਈਮ ਅਜੇ ਜ਼ਿਆਦਾ 1-1:30 ਵਜਾ ਹੈ, ਥੋੜ੍ਹਾ ਜਿਹਾ ਕਰਦਿਆਂ ਥੋੜ੍ਹਾ ਜਿਹਾ ਲੇਟ ਹੋ ਗਿਆ ਟਾਈਮ। ਇਸ਼ਨਾਨ ਤਾਂ ਕਰ ਲਿਆ। ਕਹਿਣ ਲੱਗੇ, ਅੱਜ ਨਹੀਂ ਚੰਗਾ ਭਲਕੇ ਸਹੀ। ਜਦੋਂ ਭਲਕ ਹੋਈ, ਫਿਰ ਤੜਕੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ। ਸੰਤ ਗਿਆਨੀ ਕਰਤਾਰ ਸਿੰਘ ਜੀ ਨਾਲ। ਉਸ ਵੇਲੇ ਬੜੇ ਬਚਨ ਹੋਏ ਸੰਤਾਂ ਦੇ ਨਾਲ, ਅਤੇ ਬਾਬਾ ਜੀ ਦੇ ਲਾਗੇ ਕੁਰਸੀ ਢਾਹ ਕੇ ਪਲੰਘੇ 'ਤੇ ਸੰਤਾਂ ਨੂੰ ਬਿਠਾਇਆ ਸੀ ਬਾਬਾ ਜੀ ਨੇ। ਕਹਿਣ ਤੋਂ ਮੁਰਾਦ ਹੈ ਕਿ ਸੰਤਾਂ ਦੇ ਨਾਲ ਇੰਨਾ ਪਿਆਰ ਸੀ। ਉਸ ਵੇਲੇ ਬਾਬਾ ਸੋਹਣ ਸਿੰਘ ਸਾਹਿਬ ਜੀ ਕਹਿਣ ਲੱਗੇ, ਸ਼ਬਦ ਪੜ੍ਹੋ ਨਿਤਨੇਮ ਸੁਣਿਆ, ਸ਼ਬਦ ਪੜ੍ਹੋ ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਸਾਰਾ ਸ਼ਬਦ ਪੜ੍ਹਿਆ। ਉਸ ਵੇਲੇ ਫਿਰ ਕਹਿਣ ਲੱਗੇ ਸੀ ਰਸਾਲ ਸਿੰਘ, ਰਸਾਲ ਸਿੰਘ ਘੋੜਿਆਂ ਦਾ ਮਸਾਲਾ ਲਿਖ। ਹਜ਼ੂਰ ਸਾਹਿਬ ਘੋੜਿਆਂ ਨੂੰ ਦਰਦ ਹੁੰਦੀ ਹੈ, ਸਾਰਾ ਮਸਾਲਾ ਘੋੜਿਆਂ ਦਾ ਲਿਖਾਇਆ। ਫਿਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਕਹਿਣ ਲੱਗੇ, ਮਹਾਂਪੁਰਖੋ ਸਾਨੂੰ ਕੋਈ ਅੰਤਮ ਸਿੱਖਿਆ, ਕੋਈ ਭਜਨ। ਅਤੇ ਬਾਬਾ ਸੋਹਣ ਸਿੰਘ ਸਾਹਿਬ ਜੀ ਕਹਿਣ ਲੱਗੇ, ਭਾਈ ਕਰਤਾਰ ਸਿਆਂ, ਆਪਾਂ ਨੂੰ ਗੁਰੂ ਮਹਾਰਾਜ ਦਾ ਇਹੋ ਹੁਕਮ ਹੈ, ਆਪ ਦੇ ਵੱਲੋਂ ਕੋਈ ਗੱਲ ਨਹੀਂ ਕਹੀ। ਆਪਾਂ ਨੂੰ ਗੁਰੂ ਮਹਾਰਾਜ ਦਾ ਇਹੋ ਹੁਕਮ ਹੈ ਕਿ ਨਾਮ ਜਪਣਾ ਅਤੇ ਵੰਡ ਛਕਣਾ, ਬਸ ਇੰਨਾ ਹੀ ਬਚਨ ਕੀਤਾ। ਫਿਰ ਸਾਧ ਸੰਗਤ ਜੀ ਮਹਾਰਾਜ ਦੇ ਵਾਹਿਗੁਰੂ ਵਾਹਿਗੁਰੂ, ਠੀਕ 4 ਵੱਜ ਚੁੱਕੇ ਸਨ ਉਦੋਂ। ਸੰਗਤ ਬਹੁਤ ਸਾਰੀ ਇਕੱਠੀ ਹੋ ਗਈ। ਅੰਦਰ ਸਾਰਾ ਗੂੰਜ ਰਿਹਾ ਸੀ ਵਾਹਿਗੁਰੂ 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 ਦੀ ਧੁਨੀ ਦੇ ਨਾਲ। ਅਤੇ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਹੱਥ ਜੋੜ ਕੇ ਫਤਿਹ ਬੁਲਾ ਕੇ ਆਪਣੇ ਸਰੀਰ ਨੂੰ ਤਿਆਗ ਦਿੱਤਾ। ਅਜੇ ਸਵੇਰ ਤੜਕਾ ਹੀ ਸੀ ਜਦੋਂ ਦਿਨ ਦਾ ਫਟਾਲਾ ਹੋਇਆ।
ਉਹਨੇ ਚਿਰ ਨੂੰ ਤਾਰ ਵਾਲਾ ਆ ਗਿਆ। ਉਦੋਂ ਤਾਰਾਂ ਸੀ, ਕੋਈ ਟੈਲੀਫੋਨ ਨਹੀਂ ਸੀ, ਟੈਲੀਗ੍ਰਾਮ। ਤਾਰ ਆ ਗਈ, ਉਹਦੇ 'ਤੇ ਲਿਖਿਆ ਸੀ ਵੀ ਹਜ਼ੂਰ ਸਾਹਿਬ ਘੋੜਿਆਂ ਨੂੰ ਦਰਦ ਹੁੰਦੀ ਹੈ, ਬਾਬਾ ਜੀ ਘੋੜਿਆਂ ਲਈ ਚੂਰਨ ਭੇਜੋ, ਮਸਾਲਾ ਭੇਜੋ। ਉਹ ਤਾਰ ਵਾਲਾ ਵੀ ਸਾਹਮਣੇ ਮੈਂ ਖਲੋਤਾ ਜਦੋਂ ਆਇਆ, ਸੰਤ ਵੀ ਖਲੋਤੇ ਸੀ, ਬਾਬਾ ਜੀ ਵੀ ਖਲੋਤੇ। ਉਹ ਤਾਰ ਤੋਂ ਪੜ੍ਹਿਆ, ਸੰਤ ਕਰਤਾਰ ਸਿੰਘ ਜੀ ਕਹਿਣ ਲੱਗੇ, ਇਹ ਬ੍ਰਹਮ ਗਿਆਨੀ ਮਹਾਂਪੁਰਖ ਸਨ। ਇਹ ਸਾਡੇ ਮਨ ਦਾ ਕੋਈ ਸੰਸਾ ਨਹੀਂ ਹੈ, ਇਹ ਬ੍ਰਹਮ ਗਿਆਨੀ ਮਹਾਂਪੁਰਖ ਸਨ। ਇਸੇ ਤਰ੍ਹਾਂ ਸੰਤਾਂ ਨੇ ਬਾਬਾ ਜੀ ਦੇ ਦੁਸਹਿਰੇ 'ਤੇ ਇਕੋਤਰੀ ਕਰਵਾਈ। ਉਦੋਂ ਪਾਠੀ ਸਿੰਘ ਇੰਨੇ ਨਹੀਂ ਸੀ, 2-2 3-3 ਸਿੰਘਾਂ ਨੇ ਲੱਗ ਕੇ ਪਾਠ ਕੀਤੇ। 6ਵੇਂ ਪਾਤਸ਼ਾਹ ਮਹਾਰਾਜ ਦਾ ਸਥਾਨ ਸੀ, ਉਦੋਂ ਇੱਕ ਹੀ ਇਮਾਰਤ ਸੀ ਸੁਰ ਸਿੰਘ। ਉਤਲੇ ਗੁੰਮਜ ਵਾਲੇ ਕਮਰੇ ਤੋਂ ਲੈ ਕੇ ਵਿਚਲੇ ਥੱਲੇ ਭੋਰਾ ਸੀ। ਅਤੇ ਸੰਤਾਂ ਨੇ ਆਪ ਸੰਸਕ੍ਰਿਤੀ ਦੀ ਕਥਾ, ਸਾਰਾ ਕਾਰਜ ਉਹਨਾਂ ਨੇ ਆਪ ਨਿਭਾਇਆ। ਬਾਬਾ ਜੀ ਨੂੰ ਦਸਤਾਰ ਦੇ ਸਮੇਂ ਤਾਈਂ ਸੰਤ ਗਿਆਨੀ ਕਰਤਾਰ ਸਿੰਘ ਜੀ ਕਹਿਣ ਲੱਗੇ, ਖਾਲਸਾ ਜੀ ਬੋਰਡ 'ਤੇ ਬੋਰਡ ਲੱਗਾ ਨਹੀਂ ਵੇਖਿਆ, ਪਰ ਇੱਥੇ ਬੋਰਡ 'ਤੇ ਬੋਰਡ ਲੱਗਾ। ਬੜੇ ਬਚਨ ਉਹ ਸੰਤਾਂ ਦੇ, ਉਸ ਸਮੇਂ ਦੇ। ਜਿੱਥੇ ਵੀ ਜਾਣਾ ਸੰਤਾਂ ਨੇ ਭੱਜ ਭੱਜ ਕੇ ਦਾਸ ਕਈ ਵਾਰੀ ਨਾਲ ਬੱਸ ਵਿੱਚ ਚਲੇ ਜਾਣਾ ਨਾਲ ਸੰਤਾਂ ਦੇ। ਇੱਕ ਵਾਰੀ ਖਡੂਰ ਸਾਹਿਬ ਦੇ ਲਾਗੇ ਬਹਿਕਾਂ ਸੀ, 2-3 ਘਰਾਂ 'ਚ ਜਾਣਾ। ਸੰਤ ਕਹਿਣ ਲੱਗੇ ਅਸੀਂ ਛੇਤੀ ਦੀਵਾਨ ਦਾ ਪ੍ਰੋਗਰਾਮ ਜਾਣਾ। 5-5 7-7 8-8 ਦੀਵਾਨਾਂ ਦੇ ਰੋਜ਼ ਬਾਬਾ ਸੰਤ ਪ੍ਰੋਗਰਾਮ ਭਗਤਾਉਂਦੇ ਸੀ, ਅਤੇ ਸੰਗਤਾਂ ਦੇ ਕੋਲ ਵੀ ਜਾਣਾ। ਜਦੋਂ ਉਤਰਨਾ ਬੱਸ ਤੋਂ, ਜਿਤਨਾ ਬੰਦੇ ਭੱਜ ਕੇ ਮਗਰ ਰਲਦੇ ਨੇ। ਅਤੇ ਇਸ ਤਰ੍ਹਾਂ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਦਿਨ ਰਾਤ ਕਰਕੇ ਕੀਤਾ। ਬੰਬੇ ਦੀਆਂ ਸੰਗਤਾਂ ਸੀ, ਕਈ ਲੋਕ ਉੱਧਰ ਦੇ ਸੀ, ਉਹਨਾਂ ਨੇ ਚਾਦਰਾਂ ਬੰਨ੍ਹਣੀਆਂ, ਉਹਨਾਂ ਨੂੰ ਆਖਣਾ ਅੰਮ੍ਰਿਤ ਛਕੋ, ਉਹਨਾਂ ਕਹਿਣਾ ਜੀ ਸਾਡੇ ਕੋਲ ਚਾਦਰਾਂ ਨਹੀਂ ਲਹਿੰਦੀਆਂ। ਆਂਦੇ ਥੱਲਿਓਂ ਦੀ ਕਸ਼ਹਿਰੇ ਪਾ ਲਓ, ਪਜਾਮਾ ਦੇ ਪਾ ਹੀ ਲੈਂਦਾ ਕੋਈ ਉੱਤੋਂ ਦੀ। ਇਸ ਕਰਕੇ ਅੰਮ੍ਰਿਤ ਛਕੋ। ਜਿਨ੍ਹਾਂ ਸੰਤਾਂ ਨੇ ਪ੍ਰਚਾਰ ਕੀਤਾ ਉਹ ਵੀ ਆਪਣੀ ਮਿਸਾਲ ਆਪ ਸੀ। ਬੰਬਾ, ਕਲਕੱਤਾ, ਜਿੰਨੇ ਇਲਾਕੇ ਪੰਜਾਬ ਵਿੱਚ, ਜਿੰਨੀਆਂ ਸਟੇਟਾਂ ਅਤੇ ਬਾਹਰ ਤਾਈਂ ਜਿੱਥੇ ਉਹਨਾਂ ਦੇ ਵਿਦਿਆਰਥੀ ਆਏ, ਉਹਨਾਂ ਨੇ ਉੱਥੇ ਆਣ ਕੇ ਬੂਟਾ ਲਾਇਆ। ਅੱਜ ਆ ਤੁਹਾਡੇ ਸਾਹਮਣੇ ਹੈ। ਗੁਰੂ ਕੇ ਪਿਆਰਿਓ, ਉਹਨਾਂ ਮਹਾਂਪੁਰਖਾਂ ਦੇ ਜਿਹੜੇ ਬਚਨ ਨੇ, ਉਹਨਾਂ ਨੇ ਇੰਨੇ ਅਥਾਹ ਪੰਥ ਦੀ ਸੇਵਾ, ਔਰ ਇੰਨਾ ਤੜਫ ਸੀ ਉਹਨਾਂ ਦੇ ਮਨ ਵਿੱਚ, ਦਰਦ ਸੀ। ਅਤੇ ਉੱਚੀ ਉੱਚੀ ਦੀਵਾਨ ਵਿੱਚ ਇਹ ਧਾਰਨਾ ਪੜ੍ਹ ਲਓ ਸਾਰੇ ਬੈਠੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਇਹ ਮਹਾਂਪੁਰਖਾਂ ਦੀ ਉਹ ਆਵਾਜ਼ ਕੰਨਾਂ ਵਿੱਚ ਗੂੰਜਦੀ ਅੱਜ ਵੀ। ਉੱਥੋਂ ਜਦੋਂ ਸਾਹਮਣੇ ਦੀਵਾਨ ਹਾਲ ਨੂੰ ਆਉਂਦੇ ਹਾਂ, ਸੰਤਾਂ ਦਾ ਫੋਟੋ ਲੱਗਾ, ਤੀਰ ਹੱਥ ਵਿੱਚ ਫੜਿਆ, ਉਹੀ ਦ੍ਰਿਸ਼ ਸਾਹਮਣੇ ਆ ਰਿਹਾ ਨੇਤਰਾਂ 'ਤੇ। ਕਦੇ ਉਹਨਾਂ ਵਿੱਚ ਆਲਸ ਨਹੀਂ ਸੀ। ਹਰ ਵੇਲੇ ਤਿਆਰ ਪਰ ਤਿਆਰ ਰਹਿਣਾ, ਦਿਨ ਰਾਤ ਗੁਰੂ ਕੀ ਸਿੱਖੀ ਦੇ ਪ੍ਰਚਾਰ ਅਤੇ ਗੁਰੂ ਕੀ ਸੇਵਾ ਵਿੱਚ, ਗੁਰੂ ਦੀ ਪੰਥ ਦੀ ਚੜ੍ਹਦੀ ਕਲਾ ਦੇ ਕਾਰਜ ਉਹਨਾਂ ਨੇ ਦਿਨ ਰਾਤ ਕੀਤੇ। ਹੁਣ ਬਹੁਤਾ ਟਾਈਮ ਨਹੀਂ ਵੀ ਮੈਂ ਬਹੁਤੀਆਂ ਗੱਲਾਂ ਬਚਨ ਤੁਹਾਡੇ ਨਾਲ ਕਰੀ ਜਾਵਾਂ। ਜਦੋਂ ਅਚਨਚੇਤ ਹੀ ਭਾਣਾ ਵਰਤਿਆ, ਅਖੀਰਲਾ ਦਰਸ਼ਨ ਜਿਹੜਾ ਸੀ ਉਹ ਉਦੋਂ ਸਰਸੇ ਸੰਤ ਪ੍ਰੀਤਮ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਖ ਸੀ। ਗੁਰੂ ਕਲਗੀਧਰ ਪਿਤਾ ਜੀ ਦਾ ਸਥਾਨ ਹੈ ਉੱਥੇ ਸਰਸੇ ਸ਼ਹਿਰ ਦੇ ਵਿੱਚ। ਉੱਥੇ ਉਦੋਂ ਸਾਰਾ ਜਥਾ ਪਹੁੰਚਿਆ ਸੀ, ਅਤੇ ਕੁਦਰਤੀ ਤੌਰ 'ਤੇ ਉਸ ਇਲਾਕੇ ਵਿੱਚ ਲਾਗੇ
ਸੰਘੇ, ਲੁਹਾਰ ਖੇੜਾ, ਇਸ ਤਰ੍ਹਾਂ ਦੇ ਪਿੰਡ ਨੇ। ਉੱਥੇ ਪ੍ਰੋਗਰਾਮ ਸੀ। ਬਾਬਾ ਦਇਆ ਸਿੰਘ ਸਾਹਿਬ ਜੀ ਵੀ ਗਏ ਸੀ, ਦਾਸ ਵੀ ਨਾਲ ਸੀ। ਜਦੋਂ ਪਤਾ ਲੱਗਾ ਜਥਾ ਆਇਆ ਇੱਥੇ, ਬਾਬਾ ਜੀ ਵੀ ਗਏ। ਲੰਗਰ ਵਰਤ ਰਿਹਾ ਸੀ। ਸੰਤਾਂ ਨੇ ਆਪ ਬਾਲਟੀ ਘਿਓ ਵਾਲੀ ਹੱਥ ਵਿੱਚ ਫੜੀ, ਆਪ ਲੰਗਰ ਵਰਤਾਉਣ ਦੀ ਸੇਵਾ ਬੜੀ ਕਰਦੇ ਸੀ। ਲੰਗਰ ਪਾਣੀ ਛਕਿਆ, ਬੜੇ ਬਚਨ ਵਿਲਾਸ ਹੋਏ, ਬੜੇ ਬਚਨ ਹੋਏ। ਗੱਡੀ ਲਾਗੇ ਆ ਗਏ, ਮੀਂਹ ਨਿੱਕਾ ਨਿੱਕਾ ਪੈਣ ਲੱਗ ਪਏ। ਕਦੀ ਗੱਡੀ ਵਿੱਚ ਬਹਿ ਜਾਈਏ, ਗੱਡੀ 'ਚ ਉਤਰ ਜਾਣ। ਉੱਥੇ ਅਖੀਰਲਾ ਦਰਸ਼ਨ ਮਹਾਂਪੁਰਖਾਂ ਦਾ ਭੁਵੀ ਹੋਇਆ। ਅਚਨਚੇਤ ਹੀ ਸੰਤਾਂ ਦਾ ਜਿਹੜਾ ਗੱਡੀ ਦਾ ਐਕਸੀਡੈਂਟ ਨਾ ਭਾਣਾ ਵਰਤਣ ਦਾ ਕਾਰਨ ਬਣ ਗਿਆ। ਜਿੰਨਾ ਬਾਬਾ ਜੀ ਨੇ, ਬਾਬਾ ਦਇਆ ਸਿੰਘ ਸਾਹਿਬ ਜੀ ਨੇ ਸੰਤਾਂ ਦੇ ਸੱਚਖੰਡ ਜਾਣ ਦਾ ਵਿਯੋਗ ਕੀਤਾ, ਮੇਰੇ ਖਿਆਲ ਵਿੱਚ ਕੀਤਾ ਤੇ ਸਾਰਿਆਂ ਨੇ, ਪਰ ਉਹਨਾਂ ਦਾ ਅੰਦਰ ਰੋਂਦਾ ਰਿਹਾ। ਸੰਤਾਂ ਦੀ ਲੋੜ ਬੜੀ ਸੀ, ਸੰਤਾਂ ਦਾ ਘਾਟਾ ਬਹੁਤ ਪੈ ਗਿਆ। ਸਾਧ ਸੰਗਤ ਜੀ, ਉਹਨਾਂ ਮਹਾਂਪੁਰਖਾਂ ਦੇ ਇਹ ਯਾਦ ਮਨਾ ਰਹੇ ਇੰਗਲੈਂਡ ਨਿਵਾਸੀ ਸੰਗਤਾਂ, ਸਾਰੇ ਹੀ ਦਮਦਮੀ ਟਕਸਾਲ ਦੇ ਵਿਦਿਆਰਥੀ ਸਿੰਘ, ਦਾਸ ਸੰਪਰਦਾਇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਵੱਲੋਂ ਰੋਮ ਰੋਮ ਕਰਕੇ ਧੰਨਵਾਦ ਕਰਦੇ ਹਾਂ ਤੁਹਾਡਾ। ਉਹਨਾਂ ਮਹਾਂਪੁਰਖਾਂ ਦੀ ਯਾਦ ਮਨਾਉਣੀ ਚਾਹੀਦੀ, ਇਸੇ ਤਰ੍ਹਾਂ ਹੀ ਜਿਵੇਂ ਤੁਸੀਂ ਮਨਾ ਰਹੇ ਹੋ। ਔਰ ਇਸੇ ਤਰ੍ਹਾਂ ਹੀ ਫਿਰ ਮਹਾਂਪੁਰਖਾਂ ਦਾ ਪਿਆਰ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਵੀ ਉਹੀ ਪਿਆਰ ਰਿਹਾ, ਉਹੀ ਬਾਬਾ ਠਾਕਰ ਸਿੰਘ ਜੀ ਨਾਲ, ਉਹੀ ਹੁਣ ਦਮਦਮੀ ਟਕਸਾਲ ਦੇ ਨਾਲ ਪਿਆਰ। ਸੰਪਰਦਾਵਾਂ ਇਹ ਗੁਰੂ ਦੀ ਵਰਸਾਈ ਹੋਈ, ਉਹ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਹੈ, ਉਹ ਗੁਰੂ ਕਲਗੀਧਰ ਪਿਤਾ ਜੀ ਦੀ ਬਖਸ਼ਿਸ਼ ਹੈ। ਇਹ ਇੱਕ 9 ਮਾਸ ਦਾ ਰਿਸ਼ਤੇ ਵਾਂਗੂ ਪਿਆਰ ਦੀ ਸਾਂਝ ਹੈ। ਗੁਰੂ ਕਿਰਪਾ ਕਰੇ। ਇਹ ਸੰਪਰਦਾਵਾਂ ਸਦਾ ਰਹਿਣ ਵਾਲੀਆਂ ਨੇ, ਸਰੀਰ ਸਦਾ ਨਹੀਂ ਰਹਿੰਦੇ। ਇਹਨਾਂ ਸੰਪਰਦਾਵਾਂ ਦਾ ਪਿਆਰ ਸਤਿਗੁਰੂ ਬਣਾਈ ਰੱਖਣ, ਤਾਂ ਕਿ ਗੁਰੂ ਕਾ ਪੰਥ ਰਲ ਮਿਲ ਕੇ ਇਹ ਮੋਢੇ ਨਾਲ ਮੋਢਾ ਜੋੜ ਕੇ ਸਾਰੇ ਹੀ ਗੁਰੂ ਪੰਥ ਦੀ ਸੇਵਾ ਕਰਦੇ ਰਹੀਏ। ਗੁਰੂ ਸਾਹਿਬ ਕਿਰਪਾ ਕਰਨ। ਸੱਚੇ ਪਾਤਸ਼ਾਹ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਅਚਨਚੇਤ ਹੀ ਪ੍ਰੋਗਰਾਮ ਸੰਗਤ ਨੇ ਬਣਾ ਲਿਆ, ਕੁਝ ਚਿੱਤ ਚੇਤਾ ਨਹੀਂ ਸੀ। ਅਤੇ ਜਦੋਂ ਇੱਧਰੋਂ ਆਪ ਸੰਗਤਾਂ ਦਾ ਹੁਕਮ ਪਹੁੰਚਿਆ ਅਤੇ ਹਾਜ਼ਰੀ ਲਾਉਣ ਦਾ ਸਮਾਂ ਦਰਸ਼ਨ ਮੇਲੇ ਦਾ ਸਤਿਗੁਰਾਂ ਨੇ ਸਬਬ ਬਣਾ ਦਿੱਤਾ। ਇੱਥੋਂ ਅੱਗੇ ਕੈਨੇਡਾ ਵਿੱਚ ਸੰਗਤ ਨੇ ਪ੍ਰੋਗਰਾਮ ਬਣਾਇਆ। ਫਿਰ ਸੁਰਸੰਗ ਨਗਰ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਆ ਗਿਆ 17-18 ਦਾ, ਉੱਥੇ ਵੀ ਪਹੁੰਚਣਾ। ਇਸ ਕਰਕੇ ਆਪ ਸੰਗਤਾਂ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਨਾਲ ਨਾਲ ਬੇਨਤੀ ਹੈ ਕਿ ਕੱਲ੍ਹ ਅੰਮ੍ਰਿਤ ਸੰਚਾਰ ਹੋਇਆ ਸੀ, ਅਤੇ ਇਸੇ ਤਰ੍ਹਾਂ ਹੀ ਗੁਰਮੁਖ ਪਿਆਰੇ ਕਹਿਣ ਲੱਗੇ ਭਾਈ ਬਾਬਾ ਜੀ ਦੇ ਦੁਸਹਿਰੇ ਦੇ ਸਮੇਂ 'ਤੇ ਬਾਬਾ ਸੋਹਣ ਸਿੰਘ ਜੀ ਦੇ ਸੰਤ ਕਰਤਾਰ ਸਿੰਘ ਜੀ ਨਾਲ 5 ਪਿਆਰਿਆਂ ਵਿੱਚ, ਅਤੇ ਬਾਬਾ ਜੀ ਸੱਚਖੰਡ ਵਾਸੀ ਬਾਬਾ ਦਇਆ ਸਿੰਘ ਸਾਹਿਬ ਜੀ ਆਪ ਨਾਲ 5 ਪਿਆਰਿਆਂ 'ਚ ਲੱਗੇ। ਅਤੇ ਕੱਲ੍ਹ ਸਿੰਘ ਕਹਿਣ ਲੱਗੇ ਵੀ ਆਪ ਵੀ ਨਾਲ ਅਸੀਂ 5 ਪਿਆਰਿਆਂ ਦੀ ਸੇਵਾ ਵਿੱਚ ਲੱਗੋ। ਦਾਸ ਨੇ ਬੇਨਤੀ ਕੀਤੀ, ਸਤ ਬਚਨ ਨਾਲੇ 2-3 ਦਿਨ ਜਿੱਥੇ ਜਿੱਥੇ ਵਿਚਰਦੇ ਰਹੇ ਸੰਗਤਾਂ ਨੂੰ ਬੇਨਤੀ ਕਰੀ ਗਏ, ਭਾਈ ਜਿਨ੍ਹਾਂ ਅੰਮ੍ਰਿਤ ਨਹੀਂ ਛਕਿਆ ਅੰਮ੍ਰਿਤ ਛਕੋ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ। ਕੋਈ 50 ਦੇ ਕਰੀਬ ਉੱਤੇ ਹੀ ਹੋਏ ਹੋਣਗੇ ਮਾਈ ਭਾਈ ਜਿਨ੍ਹਾਂ ਨੇ ਕੱਲ੍ਹ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜਨਾ ਕੀਤਾ ਹੈ। ਔਰ ਵਧਾਈ ਦੇ ਪਾਤਰ ਇਹ ਜੋੜ ਮੇਲੇ ਮਨਾਏ ਹੋਏ ਸਫਲੇ ਨੇ। ਸਤਿਗੁਰੂ ਕਿਰਪਾ ਕਰਨ ਔਰ ਸ਼ਸਤਰਾਂ ਦਾ ਦਰਸ਼ਨ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਬਖਸ਼ਿਸ਼ਾਂ ਬਖਸ਼ੀਆਂ, ਜਦੋਂ ਸੁਰਸੰਗ ਨਗਰ ਬਾਬਾ ਲਾਲ ਚੰਦ ਜੀ ਬਾਬਾ ਬਿਧੀ ਚੰਦ ਜੀ ਦੇ ਸਪੁੱਤਰ ਨੂੰ ਭੇਜਿਆ, ਮਹਾਰਾਜ ਨੇ ਉਹ ਜਿਹੜੇ ਸ਼ਾਹੂਕਾਰ ਨੇ ਮਹਿਲ ਅਤੇ ਜ਼ਮੀਨ ਅਰਦਾਸ ਕਰਾਈ ਸੀ, ਸਤਿਗੁਰੂ ਕਹਿਣ ਲੱਗੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਿਲਾਵਲ ਰਾਗ ਤਾਈਂ ਭਗਤ ਸਧਨਾ ਜੀ ਦੇ ਸ਼ਬਦ ਤਾਈਂ ਉਤਾਰਾ ਹੋ ਸਕਿਆ। ਜਿਹੜਾ ਬਾਬਾ ਬਿਧੀ ਚੰਦ ਜੀ ਨੇ ਉਤਾਰਾ ਕਰਨਾ ਸ਼ੁਰੂ ਕੀਤਾ ਸਤਿਗੁਰਾਂ ਦੀ ਆਗਿਆ ਪਾ ਕੇ, ਉਹ ਸੰਪੂਰਨ ਨਾ ਹੋ ਸਕਿਆ। ਜੰਗਾਂ ਯੁੱਧਾਂ ਦਾ ਸਮਾਂ ਸੀ। ਉਹ ਬਾਣੀ ਦਾ ਸਰੂਪ ਮਹਾਰਾਜ ਨੇ ਚਿੱਤਰ ਸਰੂਪ ਫੋਟੋ, ਔਰ ਮਹਾਰਾਜ ਨੇ ਆਪਣੇ ਕਮਰ ਕਸੇ ਦੇ ਸ਼ਸਤਰ ਔਰ ਇਸੇ ਤਰ੍ਹਾਂ ਨਿਸ਼ਾਨ ਨਗਾਰਾ ਗੁਰੂ ਕੀ ਸਿੱਖੀ ਦਾ ਸੰਦੇਸ਼ਾ ਦੇਣ ਵਾਸਤੇ ਸੁਰਸੰਗ ਨਗਰ ਤੁਸੀਂ ਨਿਵਾਸ ਰੱਖਣਾ, ਅਤੇ ਇਹ ਨਿਸ਼ਾਨ ਨਗਾਰਾ ਲੈ ਕੇ ਵਿਚਰ ਕੇ
ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰਨਾ। ਸੋ ਮਹਾਂਪੁਰਖ ਸੀਨੇ ਬਸੀਨੇ। ਇਸੇ ਤਰ੍ਹਾਂ ਹੀ ਸੱਚਖੰਡ ਵਾਸੀ ਬਾਬਾ ਜੀ ਨੇ ਨਨਕਾਣਾ ਸਾਹਿਬ ਤੋਂ ਉਹ ਨਿਸ਼ਾਨ ਨਗਾਰਾ ਲੈ ਕੇ ਤਖਤ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਸਾਰੇ ਯਾਤਰਾ ਗੁਰੂ ਕੀ ਸਿੱਖੀ ਦਾ ਸੰਦੇਸ਼ਾ ਦਿੱਤਾ। ਉਸੇ ਤਰ੍ਹਾਂ ਵੀ ਹੀਰ ਦਲ ਵਿਚਰਦਾ ਹੈ। ਇਹ ਦੋ ਸ਼ਸਤਰ ਆਏ ਨੇ। ਤੇਗਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਮਰ ਕਸੇ ਦਾ ਆਪ ਸੰਗਤਾਂ ਪਿਆਰ ਦੇ ਨਾਲ ਦਰਸ਼ਨ ਕਰੋ। ਸਾਰੀ ਸੰਗਤ ਨੂੰ ਇੱਧਰੋਂ ਵੀ ਦਰਸ਼ਨ ਕਰਾ ਕੇ ਫਿਰ ਇੱਧਰ ਵੀ ਲੈ ਆਓ। ਜਗਾਰਾ ਬੁਲਾਵੇ ਨਿਹਾਲ ਹੋ ਜਾਵੇ। ਸੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਕਿਰਪਾ ਦੇ ਨਾਲ ਦੂਸਰਾ ਵੀ ਸ਼ਸਤਰ ਫੜ ਲਓ। ਬਾਬਾ ਬਿਧੀ ਚੰਦ ਸਾਹਿਬ ਜੀ ਦੇ ਕਮਰ ਕਸੇ ਦਾ ਸ੍ਰੀ ਸਾਹਿਬ। ਜਗਾਰਾ ਬੁਲਾਵੇ ਨਿਹਾਲ ਹੋ ਜਾਵੇ। ਇਸੇ ਤਰ੍ਹਾਂ ਹੀ ਅਕਾਲ ਤਖਤ ਸਾਹਿਬ 'ਤੇ ਵੀ ਗੁਰੂ ਮਹਾਰਾਜ ਦੇ ਸ਼ਸਤਰਾਂ ਦਾ ਦਰਸ਼ਨ, ਗੁਰੂ ਕੇ ਸਾਹਿਬਜ਼ਾਦਿਆਂ ਦੇ ਔਰ ਸ਼ਹੀਦਾਂ ਸਿੰਘਾਂ ਦੇ, ਬ੍ਰਹਮ ਗਿਆਨੀ ਮਹਾਂਪੁਰਖਾਂ ਦੇ, ਬਾਬਾ ਬੁੱਢਾ ਸਾਹਿਬ ਜੀ ਦਾ ਵੀ ਸ਼ਸਤਰ ਦਾ ਦਰਸ਼ਨ ਹੁੰਦਾ ਅਕਾਲ ਤਖਤ ਸਾਹਿਬ 'ਤੇ। ਉੱਥੇ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਗਾਤਰੇ ਦਾ ਸ੍ਰੀ ਸਾਹਿਬ ਦਾ ਵੀ ਦਰਸ਼ਨ ਅਕਾਲ ਤਖਤ ਸਾਹਿਬ 'ਤੇ ਵੀ ਹੁੰਦਾ ਹੈ। ਉਸੇ ਸ਼ਸਤਰ ਦੇ ਨਾਲ ਦਾ ਇਹ ਵੀ ਸ਼ਸਤਰ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਕਮਰ ਕਸੇ ਦਾ ਔਰ ਸਵਾਮੀ ਮਾਲਕ ਮੀਰੀ ਪੀਰੀ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਮਰ ਕਸੇ ਦਾ ਤੇਗਾ ਆਪ ਸੰਗਤਾਂ ਦਰਸ਼ਨ ਦਿਦਾਰੇ ਕੀਤੇ ਨੇ। ਸੋ ਹਾਜ਼ਰੀ ਪ੍ਰਵਾਨ ਕਰ ਲੈਣੀ। ਹੁਣੇ ਹੁਣੇ ਦੀਵਾਨ ਵਿੱਚ ਪਹੁੰਚੇ ਨੇ ਸਤਿਕਾਰਯੋਗ ਬਾਬਾ ਬਲਬੀਰ ਸਿੰਘ ਜੀ ਸਿੰਚੇ ਵਾਲੇ। ਸੋ ਸਾਰੀਆਂ ਸੰਗਤਾਂ ਨੂੰ, ਆਏ ਮਹਾਂਪੁਰਖਾਂ ਨੂੰ, ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਅਤੇ ਵਧਾਈ ਆਪ ਸਾਰੀਆਂ ਸੰਗਤਾਂ ਨੂੰ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਆਪ ਵਿਦੇਸ਼ਾਂ ਵਿੱਚ ਵੀ ਬਹਿ ਕੇ ਗੁਰੂ ਕੀ ਸਿੱਖੀ ਦੇ ਨਾਲ ਜੁੜੇ ਅਤੇ ਇਸੇ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਸਿੱਖੀ ਨਾਲ ਜੋੜੀ ਰੱਖਣ। ਚੜ੍ਹਦੀ ਕਲਾ ਨਾਲ ਗੁਰੂ ਪੰਥ ਦੀ ਆਪ ਸੇਵਾ ਕਰਦੇ ਰਹੋ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਨਾਲ ਸਤਿਗੁਰੂ ਕਿਰਪਾ ਕਰਕੇ ਆਪਾਂ ਸਾਰਿਆਂ ਨੂੰ ਜੋੜੀ ਰੱਖਣ, ਖੁਸ਼ੇ ਰੱਖਣ। ਸੱਚੇ ਪਾਤਸ਼ਾਹ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਗਿਆਨੀ ਗੁਰਦੇਵ ਸਿੰਘ ਜੀ ਬਜ਼ੁਰਗ ਉਹ ਵੀ ਬੈਠੇ ਨੇ। ਬੜੀਆਂ ਪੁਸਤਕਾਂ ਇਹਨਾਂ ਨੇ ਹੱਥਾਂ ਨਾਲ ਲਿਖੀਆਂ। ਸੋ ਬੜੇ ਬਚਨ ਪੁਰਾਣੇ ਯਾਦ ਆਉਂਦੇ ਨੇ, ਪਰ ਹੁਣ ਸਮਾਂ ਨਹੀਂ। ਹੁਣ ਆਪ ਸਾਰੀਆਂ ਸੰਗਤਾਂ ਹਾਜ਼ਰੀ ਪ੍ਰਵਾਨ ਕਰ ਲੈਣੀ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।